ਪਹਿਲਾਂ ਇਹ ਆਡੀਓ ਕਲਿੱਪ ਪਾਈ ਹੋਈ ਉੱਪਰ ਨਾਮ ਰਾਮ ਸਿੰਘ ਲਿਖਿਆ ਹੋਇਆ ਹੈ। ਇਹਦੇ ਵਿੱਚ ਇਹ ਕਹਿ ਰਹੇ ਹਨ ਵੀ ਤੁਸੀਂ ਸਥੂਲ ਸਰੀਰ ਵੀ ਨਹੀਂ ਹੋ, ਤੁਸੀਂ ਸੂਖਸ਼ਮ ਸਰੀਰ ਵੀ ਨਹੀਂ ਹੋ, ਤੁਸੀਂ ਕਾਰਨ ਸਰੀਰ ਵੀ ਨਹੀਂ ਹੋ, ਤੁਸੀਂ ਸੋਚਣ ਵਾਲੇ ਨਹੀਂ ਹੋ, ਤੁਸੀਂ ਸਮਝਣ ਵਾਲੇ ਨਹੀਂ ਹੋ। ਇਹ ਸਾਰਾ ਕੁਝ ਵਿਦਾਂਤ ਦੇ ਵਿੱਚ ਲਿਖਿਆ ਹੋਇਆ ਹੈ ਜੋ ਇਹ ਬੋਲ ਰਹੇ ਹਨ। ਤੇ ਲਿਖੇ ਹੋਏ ਨੂੰ ਅਗਰ ਤੁਸੀਂ ਯਾਦ ਕਰ ਲਓ, ਚੇਤੇ ਕਰ ਲਓ, ਤੇ ਦੂਸਰੇ ਨੂੰ ਦੱਸਣ ਲੱਗ ਜਾਓ, ਇਹ 'ਚ ਉਪਲਬਧੀ ਥੋੜ੍ਹੀ ਹੋ ਜਾਣੀ। ਇਵੇਂ ਹੀ ਤਾਂ ਸਿੱਖ ਕਰਦੇ ਹਨ, ਯਾਦ ਕਰ ਲੈਂਦੇ ਹਨ ਪੰਗਤੀ। ਹੁਣ ਯਾਦ ਕਰਕੇ ਤੁਸੀਂ ਰਟੀ ਜਾਓ ਜਾਂ ਦੂਸਰੇ ਨੂੰ ਵੀ ਦੱਸੀ ਜਾਓ, ਉਹਦੇ ਨਾਲ ਲਾਭ ਥੋੜ੍ਹੀ ਹੋ ਜਾਣਾ। ਇੱਦਾਂ ਹੀ ਪੁਰਾਣੇ ਸਮਿਆਂ 'ਚ ਵਿਦਾਂਤੀ ਕਰਦੇ ਹੁੰਦੇ ਸਨ, ਸ਼ਾਸਤਰੀ ਕਰਦੇ ਹੁੰਦੇ ਸਨ, ਬ੍ਰਾਹਮਣ ਕਰਦੇ ਹੁੰਦੇ ਸਨ। ਵੇਦ ਗ੍ਰੰਥ ਪੜ੍ਹ ਪੜ੍ਹ ਕੇ ਯਾਦ ਕਰ ਲੈਣ। ਵੇਦਾਂ ਦਾ ਗਿਆਤੇ ਹੋ ਗਏ, ਚਤੁਰਵੇਦੀ ਹੋ ਗਿਆ, ਕੋਈ ਤ੍ਰਿਵੇਦੀ ਹੋ ਗਿਆ, ਸਾਰੇ ਸ਼ਾਸਤਰ ਯਾਦ ਕਰ ਲਏ। ਉਹ ਯਾਦ ਕਰਕੇ ਫਿਰ ਅੱਗੇ ਦੱਸਦੇ ਰਹਿੰਦੇ ਹਨ। ਇੱਕ ਵਿਚਾਰ ਸਾਗਰ ਗ੍ਰੰਥ ਹੈ, ਅਗਰ ਕਿਸੇ ਦੀ ਬੁੱਧੀ ਜ਼ਿਆਦਾ ਚੱਲਦੀ ਹੋਵੇ ਤਾਂ ਉਹਨੂੰ ਪੜ੍ਹਿਓ। ਤਾਂ ਉਹਦੇ ਵਿੱਚ ਬਹੁਤ ਵਿਚਾਰ ਹੀ ਵਿਚਾਰ, ਜਿਹੜਾ ਉਹਨੂੰ ਪੜ੍ਹ ਲੈਂਦਾ ਹੈ ਵਿਚਾਰਾਂ 'ਚ ਹੀ ਉਲਝ ਜਾਂਦਾ ਹੈ। ਪਹਿਲਾਂ ਉਹਨੇ ਕਹੀ ਜਾਣਾ ਆ ਵੀ ਤੁਸੀਂ ਹੋ, ਆ ਵੀ ਤੁਸੀਂ ਹੋ, ਆ ਵੀ ਤੁਸੀਂ ਹੋ, ਆ ਵੀ ਤੁਸੀਂ, ਫਿਰ ਉਹਦਾ ਖੰਡਨ ਕਰੀ ਜਾਣਾ, ਆ ਵੀ ਤੁਸੀਂ ਨਹੀਂ ਹੋ, ਆ ਵੀ ਤੁਸੀਂ ਨਹੀਂ ਹੋ, ਆ ਵੀ ਤੁਸੀਂ। ਤੇ ਕਈ ਵਿਦਾਂਤ ਪੜ੍ਹ ਪੜ੍ਹ ਕੇ ਪਾਗਲ ਹੋ ਜਾਂਦੇ ਹਨ। ਬਹੁਤ ਸਮੇਂ ਪਹਿਲਾਂ ਅਸੀਂ ਇੱਕ ਗੰਗਾ ਦੇ ਤੱਟ ਦੇ ਉੱਤੇ ਘੁੰਮ ਰਿਹਾ ਸੀ, ਤਾਂ ਉੱਚੀ ਉੱਚੀ ਰੌਲਾ ਪਾਈ ਜਾਵੇ, ਗਾਲਾਂ ਕੱਢੀ ਜਾਵੇ। ਅਸੀਂ ਇੱਕ ਸਾਧੂ ਨੂੰ ਪੁੱਛਿਆ ਵੀ ਇਹ ਕੌਣ ਹੈ ਇੰਨਾ ਰੌਲਾ ਪਾਉਂਦਾ? ਕਹਿੰਦਾ ਇਹ ਵਿਦਾਂਤੀ ਹੈ, ਜ਼ਿਆਦਾ ਵਿਦਾਂਤ ਪੜ੍ਹ ਲਿਆ ਤੇ ਪਾਗਲ ਹੋ। ਭਾਵ ਕਿ ਲੋਕ ਸੋਚਦੇ ਹਨ ਵੀ ਇਹ ਪ੍ਰਮਾਤਮਾ ਨੂੰ ਬੁੱਧੀ ਦੁਆਰਾ ਜਾਣ ਲਵਾਂਗੇ, ਤੇ ਬਹੁਤੇ ਇਸ ਕੋਸ਼ਿਸ਼ ਦੇ ਵਿੱਚ ਲੱਗ ਜਾਂਦੇ ਹਨ। ਉਹ ਪੜ੍ਹ ਪੜ੍ਹ ਕੇ ਸੋਚ ਸੋਚ ਕੇ ਜਾਣਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ, ਅਸੀਂ ਪ੍ਰਮਾਤਮਾ ਨੂੰ ਜਾਣ ਲਵਾਂਗੇ। ਐਸੇ ਲੋਕ ਫਿਰ ਪਾਗਲ ਹੋ ਜਾਂਦੇ ਹਨ, ਕਿਉਂਕਿ ਉਹ ਜਾਣਿਆ ਨਹੀਂ ਜਾ ਸਕਦਾ। ਬੁੱਧੀ ਬਹੁਤ ਛੋਟੀ ਹੈ, ਬੁੱਧੀ ਦੀ ਸੀਮਾ ਹੈ, ਉਹ ਅਸੀਮ ਹੈ, ਉਹ ਪਕੜ ਵਿੱਚ ਨਹੀਂ ਆਉਂਦਾ ਹੈ। ਤੇ ਬਹੁਤ ਇਹ ਸਮਝਦਾਰ ਲੋਕ ਜਿਹੜੇ ਹਨ ਨਾ, ਇਹ ਉਲਝੇ ਰਹਿੰਦੇ ਹਨ ਧਾਰਮਿਕ ਵਿਚਾਰਾਂ ਦੇ ਵਿੱਚ। ਕੁਝ ਤਾਂ ਸੰਸਾਰਿਕ ਵਿਚਾਰਾਂ 'ਚ ਉਲਝੇ ਹਨ, ਆਪਾਂ ਕਹਿੰਦੇ ਵੀ ਇਹ ਬੜੇ ਵਿਚਾਰੇ ਗ੍ਰਸਤੀ ਲੋਕ ਹਨ, ਸੰਸਾਰੀ। ਕੁਛ ਧਾਰਮਿਕ ਲੋਕ ਜਿਹੜੇ ਹਨ ਉਹਨਾਂ ਦਾ ਜ਼ਿਆਦਾ ਬੁਰਾ ਹਾਲ ਹੈ। ਉਹਨਾਂ ਨੇ ਸ਼ਾਸਤਰ ਯਾਦ ਕਰ ਲਏ ਹਨ, ਉਪਦੇਸ਼ ਯਾਦ ਕਰ ਲਏ ਹਨ, ਤਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ, ਅਸੀਂ ਸਮਝ ਕੇ ਹੀ ਰਵਾਂਗੇ। ਤੇ ਕਦੇ ਨਹੀਂ ਸੋਚਦੇ ਹਨ ਕਿ ਕੁਛ ਐਸਾ ਵੀ ਹੈ ਜਿਹੜਾ ਸਮਝ ਵਿੱਚ ਨਹੀਂ ਆ ਸਕਦਾ, ਕਦੇ ਵੀ ਨਹੀਂ ਆ ਸਕਦਾ। ਉਹ ਸਮਝ ਤੋਂ ਪਰੇ ਹੈ, ਸਮਝ ਪਿੱਛੇ ਹੈ, ਸਮਝ ਤੋਂ ਪਿੱਛੇ ਹੈ ਉਹ। ਤੇ ਜਿਹੜਾ ਪਿੱਛੇ ਹੈ ਸਮਝ ਤੋਂ ਤੁਹਾਡੇ ਤੋਂ, ਉਹਨੂੰ ਕਿਵੇਂ ਜਾਣੋ? ਜਿਹੜਾ ਅੱਗੇ ਹੈ ਉਹਨੂੰ ਜਾਣ ਦੋਗੇ, ਜਿਹੜਾ ਅੱਗੇ ਹੈ ਉਹ ਛੋਟਾ ਹੈ। ਹੁਣ ਅਜੋਕੇ ਸਮੇਂ 'ਚ ਹੋਰ ਵੀ ਨਵੇਂ ਢੰਗ ਦੇ ਵਿਦਾਂਤੀ ਆ ਗਏ ਹਨ। ਆਹ ਇੱਕ ਵੀਡੀਓ ਕਿਸੇ ਪ੍ਰੇਮੀ ਨੇ ਭੇਜੀ ਹੈ, ਤੁਸੀਂ ਵੀ ਸੁਣਿਓ। ਤੋ ਦੱਸ ਰਿਹਾ ਹੈ ਕਿ ਤੀਸਰੀ ਅੱਖ ਖੁੱਲ੍ਹਣ ਦਾ
ਤਰੀਕਾ, ਢੰਗ, ਫਿਰ ਉਹ ਖੋਲ੍ਹ ਕੇ ਤੁਹਾਨੂੰ ਮਿਲੂਗਾ ਕੀ ਕੀ। ਤੇ ਬੜੇ ਪ੍ਰਲੋਭਨ ਦੇ ਰਿਹਾ ਹੈ। ਤੁਹਾਡੇ ਹੱਥ ਦੇ ਵਿੱਚ ਇੱਕ ਸ਼ਕਤੀ ਆ ਜਾਊਗੀ, ਤੁਸੀਂ ਦੂਸਰੇ ਦੀਆਂ ਗੱਲਾਂ ਬੁੱਝਣ ਲੱਗ ਜਾਵੋਗੇ, ਤੁਸੀਂ ਉੱਡਣ ਲੱਗ ਜਾਵੋਗੇ, ਤੁਸੀਂ ਬ੍ਰਹਿਮੰਡ ਨੂੰ ਦੂਰ ਤੱਕ ਜਾਣ ਲਵੋਗੇ ਅਗਰ ਤੀਸਰੀ ਅੱਖ ਖੁੱਲ੍ਹ ਗਈ। ਇਹ ਉਹੋ ਹੀ ਤਰ੍ਹਾਂ ਦੀਆਂ ਵਾਸ਼ਨਾਵਾਂ, ਇੱਛਾਵਾਂ ਹਨ ਜਿਸ ਤਰ੍ਹਾਂ ਦੀਆਂ ਪੁਰਾਣੇ ਸਮੇਂ 'ਚ ਧਾਰਮਿਕ ਲੋਕ ਦਿਆ ਕਰਦੇ ਸਨ, ਵੀ ਤੁਹਾਨੂੰ ਅੱਗੇ ਸਵਰਗ ਦੇ ਵਿੱਚ ਬੜੇ ਸੁੱਖ ਮਿਲਣਗੇ, ਤੁਸੀਂ ਮੌਜਾਂ ਕਰੋਗੇ। ਇੱਦਾਂ ਹੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋਗੀ ਕਰ ਰਹੇ ਸਨ। ਕੋਈ ਉੱਡ ਰਿਹਾ ਸੀ, ਕੋਈ ਕਹਿੰਦਾ ਮੈਂ ਪਾਣੀ 'ਤੇ ਚੱਲ ਸਕਦੀ। ਉਹਨਾਂ ਨੇ ਵੀ ਐਸੇ ਹੀ ਸਾਧਨਾਵਾਂ ਕੀਤੀਆਂ ਹੋਣੀਆਂ ਨਾ ਜਿਹੋ ਜਿਹੀਆਂ ਇਹ ਦੱਸ ਰਿਹਾ। ਵਾਸ਼ਨਾ ਉਹੋ ਹੀ ਹੈ ਜੈਸੀ ਸੰਸਾਰੀ ਦੀ ਹੈ, ਖਿਆਲ ਵਿੱਚ ਰੱਖੋ। ਵਾਸ਼ਨਾ ਕਰਕੇ ਪਰਮਾਤਮਾ ਤੱਕ ਤੁਸੀਂ ਕਦੇ ਵੀ ਨਹੀਂ ਪਹੁੰਚ ਸਕਦੇ। ਪਹਿਲੀ ਇਹ ਗੱਲ ਬਹੁਤ ਹੀ ਖਿਆਲ ਵਿੱਚ ਰੱਖਣਾ, ਪਰਮਾਤਮਾ ਵਾਸ਼ਨਾ ਦਾ ਹਿੱਸਾ ਨਹੀਂ ਹੈ। ਵਾਸ਼ਨਾ ਸੰਸਾਰ ਦੀ ਹੁੰਦੀ। ਫਿਰ ਵਾਸ਼ਨਾ ਕਰਕੇ ਤੁਸੀਂ ਜੋ ਵੀ ਕਰੋਗੇ, ਕਰਤਾ ਤੁਸੀਂ ਬਣੇ ਰਹੋਗੇ, ਅਤੇ ਜੋ ਵੀ ਕਰਤੇ ਦੇ ਨਾਲ ਮਿਲੇਗਾ ਉਹ ਛੋਟਾ ਹੀ ਹੋਊਗਾ। ਉਹ ਜੋ ਤੁਸੀਂ ਕਰਕੇ ਪਾਓਗੇ ਤੁਹਾਡੇ ਤੋਂ ਛੋਟਾ ਹੀ ਹੋਊਗਾ। ਤੁਸੀਂ ਕੀ ਸੋਚਦੇ ਹੋ ਕਿ ਪਰਮਾਤਮਾ ਨੂੰ ਤੁਸੀਂ ਪਾ ਲਓਗੇ? ਪਰਮਾਤਮਾ ਨੂੰ ਕਿਵੇਂ ਪਾਓਗੇ ਤੁਸੀਂ? ਨਹੀਂ, ਪਰਮਾਤਮਾ ਨੂੰ ਤੁਸੀਂ ਕੁਛ ਕਰਕੇ ਥੋੜ੍ਹੀ ਪਾਓਗੇ। ਇਹੋ ਹੀ ਤੇ ਧਾਰਮਿਕ ਲੋਕ ਸਮਝ ਨਹੀਂ ਪਾ ਰਹੇ ਹਨ। ਕੋਈ ਵੀ ਨਹੀਂ ਸਮਝ ਪਾ ਰਿਹਾ ਹੈ। ਜਿੰਨੇ ਵੀ ਲੋਕ ਕੁਛ ਕਰ ਰਹੇ ਹਨ, ਸਮਝ ਲਵੋ ਪਰਮਾਤਮਾ ਵਾਸਤੇ ਨਹੀਂ ਕੁਛ ਕਰ ਰਹੇ ਹਨ, ਕਿਉਂਕਿ ਪਰਮਾਤਮਾ ਨੂੰ ਪਾਉਣ ਵਾਸਤੇ ਕੁਛ ਕਰਨ ਦੀ ਲੋੜ ਹੀ ਨਹੀਂ ਹੈ। ਜਿਵੇਂ ਇਹ ਦੱਸ ਰਿਹਾ ਹੈ ਨਾ ਵੀ ਸ਼ਕਤੀਆਂ ਮਿਲਣਗੀਆਂ, ਕਈ ਰਿੱਧੀਆਂ ਸਿੱਧੀਆਂ ਵਾਸਤੇ ਕੁਛ ਕਰਦੇ ਹਨ, ਕੋਈ ਇੱਛਾ ਲੈ ਕੇ ਕੁਛ ਕਰ ਰਿਹਾ ਹੈ, ਕੋਈ ਇੱਛਾ ਲੈ ਕੇ ਕੁਛ ਕਰ ਰਿਹਾ ਹੈ। ਉਹਨਾਂ ਦੀਆਂ ਇੱਛਾਵਾਂ, ਕਾਮਨਾਵਾਂ ਹਨ, ਉਹ ਕੁਛ ਕਰ ਰਹੇ। ਅਗਰ ਐਸੀਆਂ ਇੱਛਾਵਾਂ ਹਨ ਤੁਹਾਡੀਆਂ, ਬਾਹਰ ਕੋਈ ਚਾਹਤ ਹੈ ਵੀ ਮੈਂ ਕੁਛ ਪਾਉਣਾ ਹੈ ਬਾਹਰ, ਜਾਂ ਸ਼ਕਤੀ ਹਾਸਲ ਕਰਨੀ ਹੈ, ਤੇ ਤਾਂ ਤੁਸੀਂ ਮੈਨੂੰ ਥੋੜ੍ਹੀ ਸਮਝੋਗੇ, ਨਾ ਹੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਸਮਝਿਆ। ਪਰਮਾਤਮਾ ਨੂੰ ਪਾਉਣ ਵਾਸਤੇ ਕਰਨਾ ਨਹੀਂ ਹੈ ਕੁਝ, ਗਵਾਉਣਾ ਹੈ। ਮਿਟਾਉਣਾ ਹੈ, ਆਪਣੇ ਆਪ ਨੂੰ ਸਮਰਪਿਤ ਕਰਨਾ ਹੈ। ਜਦੋਂ ਕਿਹਾ ਜਾਂਦਾ ਹੈ ਨਾ ਵੀ ਧਿਆਨ ਕਰੋ, ਜਿਵੇਂ ਮੈਂ ਪਿੱਛੇ ਕਿਹਾ ਸੀ, ਤੇ ਧਿਆਨ ਦਾ ਅਰਥ ਇਹ ਨਹੀਂ ਹੁੰਦਾ ਹੈ ਤੁਸੀਂ ਕੁਛ ਕਰਨਾ ਹੈ। ਹਾਂ, ਕੋਈ ਬਾਣੀ ਪੜ੍ਹ ਰਿਹਾ ਹੋਵੇ ਤੇ ਕੁਛ ਕਰ ਰਿਹਾ ਹੈ, ਕਿਉਂਕਿ ਉਹਦੀ ਜ਼ੁਬਾਨ ਚੱਲ ਰਹੀ ਹੈ, ਬੋਲ ਰਿਹਾ ਹੈ। ਕੋਈ ਸੁਣ ਰਿਹਾ ਹੈ ਤਾਂ ਵੀ ਕੁਛ ਕਰ ਰਿਹਾ ਹੈ, ਸੁਣਨ 'ਚ ਲੱਗਾ ਹੋਇਆ। ਕੋਈ ਸਿਮਰਨ ਕਰਦਾ ਤਾਂ ਵੀ ਉਹ ਕੁਛ ਨਾ ਕੁਛ ਅੰਦਰ ਅੰਦਰ ਚੱਲ ਰਿਹਾ ਹੈ ਉਹਦੇ, ਤੇ ਉਹ ਉਹਨੂੰ ਚਲਾ ਰਿਹਾ ਹੈ, ਕੁਛ ਕਰ ਰਿਹਾ ਹੈ। ਪਰ ਧਿਆਨ ਕੁਛ ਕਰਨਾ ਥੋੜ੍ਹੀ ਹੈ। ਧਿਆਨ ਦਾ ਅਰਥ ਇਹ ਹੁੰਦਾ ਹੈ ਵੀ ਕੁਛ ਵੀ ਨਹੀਂ ਕਰਨਾ। ਜਿਵੇਂ ਤੁਸੀਂ ਦੂਰੋਂ ਕਿਤਿਓਂ ਚੱਲ ਕੇ ਆਏ, ਥੱਕੇ ਹਾਰੇ ਹੋ, ਆ ਕੇ ਤੁਸੀਂ ਆਰਾਮ ਕਰਨ ਲੱਗ ਗਏ,
ਵੀ ਸਰੀਰ ਨੂੰ ਰੈਸਟ ਮਿਲ ਜਾਵੇ। ਅਤੇ ਜਦੋਂ ਆਰਾਮ ਕਰਦੇ ਹੋ ਉਦੋਂ ਕੁਛ ਕਰਦੇ ਥੋੜ੍ਹੀ, ਆਰਾਮ ਕੁਛ ਕਰਨਾ ਥੋੜ੍ਹੀ। ਇੱਦਾਂ ਹੀ ਮਨ ਤੁਹਾਡਾ ਚੱਲ ਚੱਲ ਕੇ ਥੱਕ ਗਿਆ ਹੈ। ਇਹਨੂੰ ਮੈਂ ਕਹਿੰਦਾ ਥੋੜ੍ਹਾ ਜਿਹਾ ਆਰਾਮ ਕਰਾ ਲਓ। ਇੱਕ ਤੁਹਾਡੇ ਕੋਲ ਇੱਥੇ ਦਰਖਤ ਖੜਾ ਹੈ, ਇਹ ਦਰਖਤ ਦੀ ਛਾਵੇਂ ਬੈਠ ਜਾਓ। ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਵੀ ਤੁਸੀਂ ਥੋੜ੍ਹਾ ਜਿਹਾ ਆਰਾਮ ਕਰ ਲਓ। ਇਹੋ ਹੀ ਮੈਂ ਕਿਹਾ ਸੀ ਨਾ ਉਦਣ ਵੀ ਵਿਹਲੇ ਬੈਠੋ। ਭਾਵ ਇਹ ਹੈ ਵੀ ਕਰਤਾਪਨ ਛੱਡੋ। ਕਰਤਾਪਨ ਕਰਕੇ ਹੀ ਤੁਸੀਂ ਪਰਮਾਤਮਾ ਤੋਂ ਜੁਦਾ ਹੋ। ਫਿਰ ਤੁਸੀਂ ਸਾਧਨਾ ਕਰਨ ਲੱਗ ਜਾਓਗੇ, ਚਿੰਤਨ ਕਰਨ ਲੱਗ ਜਾਓਗੇ, ਫਿਰ ਵੀ ਕਰਤਾਪਨ ਤੇ ਜਾਰੀ ਰਿਹਾ ਨਾ। ਇਹੋ ਹੀ ਤਾਂ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਸਭ ਕੁਛ ਕਰ ਹੀ ਰਿਹਾ ਹੈ, ਜੋ ਕੁਛ ਕਰਨਾ ਸੋ ਕਰ ਰਿਹਾ। ਵੀ ਥੋੜ੍ਹੀ ਦੇਰ ਵਾਸਤੇ ਤੁਸੀਂ ਕਰਨਾ ਛੱਡ ਦਿਓ, ਸਰੀਰ ਕਰਕੇ ਤੁਸੀਂ ਛੱਡ ਦਿਓ, ਚਲੋ ਠੀਕ ਹੈ ਬੈਠ ਜਾਓ, ਪਰ ਮਨ ਕਰਕੇ ਵੀ ਥੋੜ੍ਹੀ ਦੇਰ ਛੱਡੋ ਨਾ। ਜਿਵੇਂ ਰਾਤ ਨੂੰ ਤੁਸੀਂ ਸੌਂਦੇ ਹੋ, ਤੁਹਾਨੂੰ ਸੰਸਾਰ ਯਾਦ ਰਹਿੰਦਾ? ਬਿਲਕੁਲ ਯਾਦ ਨਹੀਂ। ਤੇ ਥੋੜ੍ਹੀ ਦੇਰ ਹੋਰ ਨਾ ਯਾਦ ਰੱਖੋਗੇ ਤਾਂ ਸੰਸਾਰ ਦਾ ਕੁਛ ਘੱਟ ਨਹੀਂ ਚੱਲਿਆ ਹੈ, ਤੁਹਾਨੂੰ ਲਾਭ ਹੋਵੇਗਾ। ਤੇ ਥੋੜ੍ਹੀ ਦੇਰ ਵਾਸਤੇ ਪਰਮਾਤਮਾ 'ਤੇ ਛੱਡੋ ਵੀ ਠੀਕ ਹੈ ਤੂੰ ਕਰ ਹੀ ਰਿਹਾ ਹੈ ਸਾਰਾ ਕੁਛ। ਜਦੋਂ ਉਹ ਕਰ ਹੀ ਰਿਹਾ ਹੈ ਸਾਰਾ ਕੁਛ, ਫਿਰ ਸੋਚਣਾ ਕਿਉਂ? ਇਹ ਵੀ ਤਾਂ ਖਿਆਲ ਕਰੋ ਤੁਸੀਂ। ਇੰਨੀ ਕੁ ਗੱਲ ਵੀ ਨਹੀਂ ਸਮਝ ਵਿੱਚ ਆਉਂਦੀ ਹੈ। ਜਦੋਂ ਪਰਮਾਤਮਾ ਸਭ ਕੁਛ ਕਰ ਰਿਹਾ ਹੈ, ਤੁਸੀਂ ਇਹ ਤਾਂ ਮੰਨਦੇ ਹੋ ਨਾ, ਹੁਕਮੇ ਅੰਦਰ ਸਭ ਕੁ ਚੱਲ ਹੀ ਰਿਹਾ ਹੈ, ਰਜਾ ਅੰਦਰ ਹੋ ਰਿਹਾ, ਫਿਰ ਸੋਚਣਾ ਕਿਉਂ? ਤੇ ਥੋੜ੍ਹੀ ਦੇਰ ਵਾਸਤੇ ਆਪਣੀ ਸੋਚ ਨੂੰ ਵੀ ਸਮਰਪਿਤ ਕਰੋ ਕਿ ਮੈਂ ਹੁਣ ਸੋਚਣਾ ਨਹੀਂ ਕੋ। ਜੋ ਕਰ ਹੀ ਰਿਹਾ ਹੈ ਤੂੰ, ਮੈਂ ਕਿਉਂ ਸੋਚ? ਉਹਨੂੰ ਮੈਂ ਕਹਿੰਦਾ ਹਾਂ ਵਿਹਲੇ ਬੈਠੋ। ਸਰੀਰ ਕਰਕੇ ਤੇ ਵਿਹਲੇ ਹੋ, ਮਨ ਕਰਕੇ ਵੀ ਨਾ ਸੋਚੋ। ਤੇ ਮਨ ਕਰਕੇ ਉਦੋਂ ਨਾ ਸੋਚੋਗੇ ਜਦੋਂ ਤੁਹਾਡੀਆਂ ਇਹੋ ਜਿਹੀਆਂ ਇੱਛਾਵਾਂ ਕਾਂਛਾਵਾਂ ਨਾ ਹੋਣਗੀਆਂ, ਚਾਹਤਾਂ ਨਾ ਹੋਣਗੀਆਂ, ਕੁਛ ਪਾਉਣ ਦੀਆਂ, ਕੁਛ ਹੋਣ ਦੀਆਂ। ਹੁਣ ਪਹਿਲਾਂ ਤਾਂ ਸੰਸਾਰ 'ਚ ਨਹੀਂ ਹਟਦੀਆਂ ਹਨ, ਕੋਈ ਨਾ ਕੋਈ ਨਵੀਂ ਆਦਮੀ ਦੀ ਚਾਹਤ ਖੜੀ ਰਹਿੰਦੀ ਬਣਾਉਣ ਦੀ, ਕੁਛ ਕਰਨ ਦੀ। ਜੇ ਉੱਧਰੋਂ ਹਟ ਗਿਆ ਫਿਰ ਆਹ ਧਾਰਮਿਕ ਖਵਾਹਿਸ਼ਾਂ ਸ਼ੁਰੂ ਹੋ ਜਾਂਦੀਆਂ, ਫਿਰ ਮਨ ਚੱਲ ਪੈਂਦਾ ਵੀ ਚਲੋ ਕੁਛ ਤੀਸਰੀ ਅੱਖ ਹੀ ਖੋਲ੍ਹੋ, ਕੋਈ 10ਵਾਂ ਦਰਬਾਰ ਖੋਲ੍ਹਣ ਲੱਗ ਜਾਂਦਾ, ਕੋਈ ਕਹਿੰਦਾ ਹੈ ਵੀ ਚੱਕਰ ਕਿਵੇਂ ਖੁੱਲ੍ਹਣ। ਕੁਛ ਨਾ ਕੁਛ ਖੋਲ੍ਹਣਾ ਹੈ ਤੁਸੀਂ। ਤੁਸੀਂ ਕਰਤਾਪਨ ਤੋਂ ਮੁਕਤ ਨਹੀਂ ਹੋ ਸਕਦੇ ਹੋ। ਨਾਲੇ ਰੋਜ਼ ਬਾਣੀ ਸਿੱਖ ਪੜ੍ਹਦੇ ਹਨ, ਤੂੰ ਕਰਤਾ ਕਰਣਾ ਮੈਂ ਨਾਹੀਂ, ਜੇ ਹਉ ਕਰੀ ਨਾ ਹੋਏ। ਗੁਰੂ ਸਾਹਿਬ ਜੀ ਕਹਿੰਦੇ ਜੇ ਮੈਂ ਕਰਦਾ ਵਾਂ ਨਾ ਤਾਂ ਵੀ ਨਹੀਂ ਹੁੰਦਾ ਹੈ, ਕਿਉਂਕਿ ਤੂੰ ਹੀ ਹੈ ਕਰਨ ਵਾਲਾ। ਜੇ ਹਉ ਕਰੀ ਨਾ ਹੋਈ, ਮੇਰਾ ਕੀਤਾ ਥੋੜ੍ਹੀ ਹੁੰਦਾ ਵਾ ਨਹੀਂ। ਹੁਣ ਤੁਸੀਂ ਮੰਨਦੇ ਹੀ ਨਹੀਂ। ਜੋ ਕੁਛ ਕਰਨਾ ਸੋ ਕਰ ਰਹੇ, ਉਹ ਕਰ ਹੀ ਰਿਹਾ ਸਾਰਾ ਕੁਛ, ਉਹਦਾ ਕੀਤਾ ਹੋ ਰਿਹਾ। ਤੇ ਥੋੜ੍ਹੀ ਦੇਰ ਵਾਸਤੇ ਹੀ ਤੁਸੀਂ ਇਹ ਸੋਚੋ, ਥੋੜ੍ਹਾ ਜਿਹਾ ਸਮਾਂ ਤਾਂ ਕੱਢ ਸਕਦੇ ਹੋ ਨਾ। ਬਹੁਤਾ ਕੁਛ ਨਹੀਂ ਮੰਗਦਾ ਹਾਂ। ਜਿਵੇਂ ਕੋਈ ਤੁਹਾਡੇ ਦੁਆਰ 'ਤੇ ਆਵੇ, ਦਸਤਕ ਦੇਵੇ, ਤੇ ਤੁਹਾਨੂੰ ਬਹੁਤਾ ਕੁਛ ਨਹੀਂ, ਬਸ ਥੋੜ੍ਹੇ 'ਚੋਂ ਥੋੜ੍ਹਾ ਵੇਲ ਦੇ ਦਿਓ। ਧਿਆਨ, ਕੁਛ ਨਾ ਕਰਨਾ ਦੇ ਦਿਓ। ਹਰ ਇੱਕ ਤੁਹਾਡੇ ਕੋਲ ਮੰਗਦਾ ਹੈ, ਭਾਵੇਂ ਉਹ ਭਿਖਾਰੀ ਆਉਂਦਾ ਹੈ, ਉਹਨੂੰ ਤੁਸੀਂ ਆਪਣੇ ਕਰਮ ਦਾ ਹਿੱਸਾ ਦਿੰਦੇ ਹੋ
ਪੈਸੇ ਦਿੰਦੇ ਹੋ ਤਾਂ ਵੀ ਤੁਸੀਂ ਕਮਾਏ ਹੈ, ਕੋਈ ਕੱਪੜਾ ਦਿੰਦੇ ਹੋ, ਕੁਛ ਵੀ ਦਿੰਦੇ ਹੋ, ਕਿਤੋਂ ਨਾ ਕਿਤੋਂ ਲਿਆਂਦਾ ਹੀ ਹੈ, ਉਹ ਤੁਸੀਂ ਦਿੰਦੇ ਹੋ। ਪਰ ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਕੁਛ ਕਰਕੇ ਨਹੀਂ ਦੇਣਾ ਹੈ, ਕੁਛ ਨਾ ਕਰਨਾ ਦੇਣਾ ਹੈ। ਕੁਛ ਨਾ ਕਰਨਾ, ਜਦੋਂ ਤੁਸੀਂ ਕੁਛ ਵੀ ਨਾ ਕਰੋਗੇ ਫਿਰ ਤੁਸੀਂ ਦੇਖ ਸਕੋਗੇ ਪਰਮਾਤਮਾ ਕਰ ਰਿਹਾ ਹੈ ਸਭ ਕੁਛ। ਪਰਮਾਤਮਾ ਦਾ ਇਹ ਖੇਲ ਚੱਲ ਰਿਹਾ ਹੈ। ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕੋ ਦਾਸ। ਇਹ ਤਮਾਸ਼ਾ ਹੈ। ਹੁਣ ਤਮਾਸ਼ੇ ਨੂੰ ਦੇਖੋਗੇ ਤੁਸੀਂ ਬੈਠ ਕੇ ਤੇ ਕਿੰਨਾ ਮਜ਼ਾ ਆਊਗਾ। ਜਿਵੇਂ ਮੈਂ ਕੱਲ੍ਹ ਹੀ ਕਹਿ ਰਿਹਾ ਸੀ ਵੀ ਮੈਚ ਦੇਖ ਰਿਹਾ ਹੋਵੇ ਕੋਈ, ਨਾ ਵਿਪਕਸ਼ ਵੱਲ ਹੋਵੇ ਨਾ ਪਕਸ਼ ਵੱਲ, ਕਿੰਨਾ ਮਜ਼ਾ ਆਉਂਦਾ। ਇੱਦਾਂ ਹੀ ਸੰਸਾਰ ਚੱਲ ਰਿਹਾ। ਅਗਰ ਤੁਸੀਂ ਸੋਚੋਗੇ ਨਾ ਤਾਂ ਤੁਸੀਂ ਦੇਖੋਗੇ ਵੀ ਚੱਲ ਰਿਹਾ ਹੈ ਉਹਦਾ ਖੇਲ। ਤੁਸੀਂ ਖੇਲ ਦੇ ਨਾਲ ਜੁੜ ਜਾਂਦੇ। ਤਾਂ ਹੁਣ ਜਿਹੜਾ ਖੇਲਣ ਵਾਲਾ ਹੈ, ਵਿੱਚ ਖੇਲ ਰਿਹਾ ਹੈ, ਉਹ ਆਨੰਦ ਥੋੜ੍ਹੀ ਮਾਣਦਾ ਹੈ। ਉਹ ਤਾਂ ਕਿੰਨਾ ਦੌੜਦਾ ਭੱਜਦਾ ਦੁਖੀ ਹੁੰਦਾ। ਪਰ ਜਿਹੜਾ ਬੈਠਾ ਹੈ ਸਾਈਡ 'ਤੇ, ਤਟਸਥ ਹੋ ਗਿਆ, ਜਿਹੜਾ ਕੁਟਸਥ ਹੋ ਗਿਆ, ਬੈਠ ਕੇ ਦੇਖ ਰਿਹਾ। ਜਿਵੇਂ ਪੁਰਾਣੇ ਸਮਿਆਂ 'ਚ ਨਾ ਸਾਧੂ ਨਦੀਆਂ ਦੇ ਕਿਨਾਰੇ ਬੈਠੇ ਹੁੰਦੇ ਸਨ, ਦੇਖ ਰਹੇ ਹਨ ਨਦੀ ਵਹਿ ਰਹੀ, ਵਹਿ ਹੀ ਰਹੀ। ਫਿਰ ਜਿਹੜਾ ਪਾਣੀ ਗੁਜ਼ਰ ਗਿਆ ਉਹ ਗੁਜ਼ਰ ਹੀ ਗਿਆ, ਦੁਬਾਰਾ ਨਹੀਂ ਆਉਂਦਾ। ਸਿਰਫ ਨਦੀ ਨੂੰ ਦੇਖ ਦੇਖ ਕੇ ਉਹ ਸ਼ਾਂਤ ਹੋ ਜਾਂਦੇ ਸਨ ਵੀ ਇੱਦਾਂ ਹੀ ਸੰਸਾਰ ਗੁਜ਼ਰ ਰਿਹਾ ਹੈ ਜਿਵੇਂ ਨਦੀ ਗੁਜ਼ਰ ਰਹੀ ਹੈ। ਜਿਹੜਾ ਪਲ ਨਿਕਲ ਗਿਆ ਉਹ ਨਿਕਲ ਗਿਆ, ਮੁੜ ਕੇ ਥੋੜ੍ਹੀ ਆਉਂਦਾ। ਜਿਹੜੇ ਪਾਣੀ ਨਿਕਲ ਗਿਆ ਨਿਕਲ ਗਿਆ। ਇੱਦਾਂ ਹੀ ਇਹ ਪ੍ਰਵਾਹ ਜਾ ਰਿਹਾ ਸੰਸਾਰ ਦਾ, ਚੱਲ ਰਿਹਾ। ਨਦੀਆਂ ਕਿਨਾਰੇ ਬੈਠ ਕੇ ਉਹਨਾਂ ਨੇ ਇਹੋ ਖਿਆਲ ਕੀਤਾ ਵੀ ਨਦੀ ਦੀ ਤਰ੍ਹਾਂ ਸੰਸਾਰ ਵੀ ਜਾ ਰਿਹਾ, ਬਹਿ ਰਿਹਾ। ਅਤੇ ਜਿਹੜਾ ਬਹਿ ਰਿਹਾ ਉਹਦੇ ਨਾਲ ਨਾ ਜੁੜੋ। ਜਿਵੇਂ ਨਦੀ ਦੇ ਕਿਨਾਰੇ ਬੈਠ ਗਏ, ਇੱਦਾਂ ਸੰਸਾਰ ਦੇ ਕਿਨਾਰੇ ਬੈਠ ਜਾਓ। ਇਹਨੂੰ ਹੀ ਧਿਆਨ ਕਹਿੰਦੇ ਆ। ਧਿਆਨ ਹੈ ਕਿਨਾਰੇ ਬੈਠਣਾ, ਸੰਸਾਰ ਤੋਂ ਹਟ ਕੇ ਬੈਠਣਾ। ਜਿਵੇਂ ਨਦੀ ਦੇ ਕਿਨਾਰੇ ਬੈਠ ਕੇ ਨਦੀ ਨੂੰ ਦੇਖਦੇ, ਇੱਦਾਂ ਸੰਸਾਰ ਦੇ ਕਿਨਾਰੇ ਬੈਠ ਕੇ ਸੰਸਾਰ ਚੱਲ ਰਿਹਾ, ਨਦੀ ਦੀ ਤਰ੍ਹਾਂ ਬਹਿ ਰਿਹਾ। ਬਸ ਉਹਦੇ ਨਾਲ ਨਾ ਜੁੜੋ, ਦੇਖੋ ਚੱਲ ਹੀ ਰਿਹਾ। ਅਤੇ ਅਗਰ ਥੋੜ੍ਹੀ ਦੇਰ ਤੁਸੀਂ ਬੈਠਣ ਲੱਗ ਗਏ ਇਸ ਢੰਗ ਦੇ ਨਾਲ, ਤਾਂ ਤੁਸੀਂ ਜਾਣੋਗੇ ਵੀ ਪਰਮਾਤਮਾ ਸਭ ਕੁਛ ਕਰ ਹੀ ਰਿਹਾ ਹੈ, ਹੋ ਰਿਹਾ। ਫਿਰ ਤੁਸੀਂ ਉਹਦੇ ਕੋਲੇ ਕੋਲੇ ਜਾਓ, ਫਿਰ ਤੁਸੀਂ ਨਿਸ਼ਚਿੰਤ ਹੁੰਦੇ ਜਾਓਗੇ, ਚਿੰਤਾ ਮੁਕਤ ਹੁੰਦੇ ਜਾਓ। ਫਿਰ ਮੈਂ ਇਹ ਵੀ ਨਹੀਂ ਕਹਿ ਰਿਹਾ ਵੀ ਤੁਹਾਡੇ ਹੱਥ 'ਤੇ ਸ਼ਕਤੀਆਂ ਆਉਣਗੀਆਂ, ਤੁਸੀਂ ਜੇ ਕਰ ਲਓਗੇ ਉਹ ਕਰ ਲਓਗੇ, ਨਹੀਂ। ਅਗਰ ਇਸ ਪੱਖ ਵੱਲ ਜਾਓਗੇ ਤੁਸੀਂ ਤਾਂ ਫਿਰ ਆ ਦੂਸਰਾ ਪੱਖ ਨਹੀਂ ਸਮਝ ਸਕਦੇ ਤੁਸੀਂ। ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਜਿੰਨੇ ਵੀ ਸੁੱਖ ਹਨ ਸਾਰਿਆਂ ਦੀ ਵੈਲਿਊ ਤੁੱਛ ਹੈ। ਸੁਖ ਪੱਲਰ ਤਿਆਗ ਮਹਾਂ ਸੁਖ ਪਾਵੇ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਇਹ ਜਿਹੜੇ ਸੁੱਖ ਹਨ ਬਾਹਰਲੇ, ਛਣ ਭੰਗੁਰ ਹਨ ਅਤੇ ਮਿਟ ਰਹੇ ਹਨ ਨਾਲੋਂ ਨਾਲ। ਅਗਰ ਇਹਨਾਂ ਦੀ ਵਾਸ਼ਨਾ ਹੈ ਤੁਹਾਨੂੰ ਤਾਂ ਫਿਰ ਤੁਸੀਂ ਇੱਧਰ ਨੂੰ ਨਹੀਂ ਜਾ ਸਕਦੇ। ਕਿਉਂਕਿ ਅਗਰ ਤੁਹਾਡੀ ਸੁੱਖ ਦੀ ਵੀ ਚਾਹਤ ਰਹਿ ਗਈ ਤਾਂ ਵੀ ਤੁਸੀਂ ਸ਼ਾਂਤ ਨਹੀਂ ਹੋਵੋਗੇ। ਅਗਰ ਸ਼ਾਂਤੀ ਦੀ ਚਾਹਤ ਲੈ ਕੇ ਤੁਸੀਂ ਬੈਠੇ ਤਾਂ ਵੀ ਸ਼ਾਂਤ ਨਹੀਂ ਹੋਵੋਗੇ, ਕਿਉਂਕਿ ਮਨ ਤਾਂ ਚੱਲੇਗਾ ਹੀ। ਮਨ ਦੇਖੇਗਾ ਸ਼ਾਂਤ ਨਹੀਂ ਹੋਇਆ, ਸ਼ਾਂਤ ਨਹੀਂ ਹੋਇਆ, ਚੱਲੇਗਾ ਨਾ। ਅਤੇ ਕੋਈ ਵੀ ਚਾਹਤ ਅਗਰ ਮਨ ਦੇ ਵਿੱਚ ਹੋ ਲੈ ਕੇ ਤੁਸੀਂ ਬੈਠਦੇ ਹੋ ਤਾਂ ਤੁਸੀਂ ਸ਼ਾਂਤ ਥੋੜ੍ਹੀ ਹੋ। ਚਾਹੁੰਣਾ ਨਹੀਂ ਹੈ ਕੁਝ ਵੀ। ਇਹੋ ਹੀ ਤਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ ਵਾਰ-ਵਾਰ ਵੀ ਜੋ ਕਰ ਰਿਹਾ ਹੈ ਨਾ ਪਿਆਰਾ ਪ੍ਰੀਤਮ, ਉਹ ਠੀਕ ਹੈ, ਉਹਨੂੰ ਮੰਨੋ, ਸਤ ਵਚਨ ਕਰਕੇ ਮੰਨੋ। ਅਤੇ ਹੰਕਾਰ ਜਿਹੜਾ ਹੈ ਨਾ ਉਹ ਪਰਮਾਤਮਾ ਤੋਂ ਜੁਦਾ ਕਰਦਾ ਹੈ।
ਹੰਕਾਰ ਬਣਦਾ ਹੈ ਕਰਤਾਪਨ ਦੇ ਨਾਲ, ਕਿ ਤੁਸੀਂ ਕਰ ਰਹੇ ਹੋ ਕੁਛ, ਉਹਦੇ ਨਾਲ ਜੁੜ ਜਾਂਦੇ ਹੋ, ਜਾਂ ਜੋ ਸੋਚ ਰਹੇ ਹੋ ਉਹਦੇ ਨਾਲ ਜੁੜ ਜਾਂਦੇ ਹੋ ਕਿ ਮੈਂ ਸਮਝਦਾਰ ਹਾਂ। ਹੁਣ ਤੁਸੀਂ ਸਮਝਦਾਰੀ ਦੇ ਨਾਲ ਜੁੜ ਗਏ। ਇਹ ਬੁੱਧੀ ਹੈ ਸਰੀਰ ਦਾ ਹਿੱਸਾ। ਜਿਵੇਂ ਪਿੱਛੇ ਕਹਿੰਦਾ ਹੈ ਨਾ, ਤੁਸੀਂ ਸਰੀਰ ਨਹੀਂ, ਤੇ ਆ ਬੁੱਧੀ ਜਿਹੜੀ ਹੈ ਸਰੀਰ ਦਾ ਹਿੱਸਾ ਹੈ, ਤੁਹਾਡਾ ਹਿੱਸਾ ਥੋੜ੍ਹੀ। ਤੇ ਤੁਸੀਂ ਬੁੱਧੀ ਦੇ ਨਾਲ ਜੁੜ ਗਏ। ਮੈਨੂੰ ਬੜੀ ਸਮਝ ਹੈ। ਸਮਝ ਸਰੀਰ ਦੀ ਹੈ, ਜਿੰਨਾ ਕੁ ਸਮਝ ਸਕਦਾ ਉਹਨਾਂ ਕੁ ਸਮਝ ਰਿਹਾ, ਜਿੰਨਾ ਨਹੀਂ ਸਮਝ ਸਕਦਾ ਨਹੀਂ ਸਮਝਦਾ। ਤੁਸੀਂ ਉਹ ਸਰੀਰ ਦੇ ਨਾਲ ਹੀ ਜੁੜੀ ਜਾਂਦੇ। ਤੇ ਕਈ ਵਿਚਾਰ ਦੇ ਨਾਲ ਜੁੜ ਜਾਂਦੇ ਹਨ, ਸਮਝ ਦੇ ਨਾਲ ਜੁੜ ਜਾਂਦੇ ਹਨ। ਉਹਨਾਂ ਨੂੰ ਪੰਡਤ ਕਹਿੰਦੇ ਹਨ, ਗਿਆਨੀ ਕਹਿੰਦੇ ਹਨ ਅਜੋਕੇ ਸਮੇਂ 'ਚ। ਤਾਂ ਉਹ ਕਹਿੰਦੇ ਹਾਂ ਅਸੀਂ ਸਮਝਦਾਰ, ਅਸੀਂ ਸਭ ਕੁਝ ਜਾਣਦੇ ਪਰਮਾਤਮਾ ਬਾਰੇ। ਪਰਮਾਤਮਾ ਬਾਰੇ ਜਾਣਨਾ ਨਹੀਂ ਹੈ ਕੁਝ ਵੀ। ਸਰੀਰ ਜਾਣ ਨਹੀਂ ਸਕਦਾ, ਬੁੱਧੀ ਜਾਣ ਨਹੀਂ ਸਕਦੀ। ਇਹੋ ਤਾਂ ਮੈਂ ਕਹਿੰਦਾ ਵੀ ਜਾਣਕਾਰੀ ਛੱਡੋ, ਮਿਟੋ। ਛੋਟੇ ਬੱਚੇ ਵਾਂਗੂ ਹੋ ਜਾਓ, ਸਰਲ ਸਹਿਜ। ਜਿਵੇਂ ਛੋਟਾ ਜਿਹਾ ਬੱਚਾ ਹੈ, ਉਹਨੂੰ ਕੋਈ ਚਿੰਤਾ ਨਹੀਂ, ਹੋ ਰਿਹਾ ਹੈ ਸਭ ਕੁਛ, ਮਸਤ ਹੈ ਆਪਣੇ ਗੁੱਡੇ ਗੁੱਡੀਆਂ ਦੇ ਵਿੱਚ। ਉਵੇਂ ਤਾਂ ਨਹੀਂ ਹੋ ਸਕਦੇ ਤੁਸੀਂ। ਥੋੜ੍ਹਾ ਜਿਹਾ ਉਹਨੂੰ ਦੇਖ ਕੇ ਖਿਆਲ ਤਾਂ ਕਰ ਹੀ ਸਕਦੇ ਹੋ ਕਿ ਇੱਦਾਂ ਦਾ ਸਰਲ ਵੀ ਹੋਇਆ ਜਾ ਸਕਦਾ ਹੈ। ਤੇ ਬੁੱਧੀ ਜਿਹੜੀ ਹੈ ਇਹਦੇ ਨਾਲ ਨਾ ਜੁੜੋ, ਗਿਆਨਵਾਨ ਨਾ ਬਣੋ। ਇਹ ਸਰੀਰ ਦਾ ਹਿੱਸਾ ਹੈ, ਜਿੰਨੀ ਜਾਣਕਾਰੀ ਹੈ ਠੀਕ ਹੈ, ਸਰੀਰ ਨੂੰ ਨਹੀਂ ਹੈ ਤਾਂ ਨਹੀਂ। ਹੁਣ ਸਾਰਾ ਕੁਛ ਤਾਂ ਜਾਣ ਹੀ ਨਹੀਂ ਸਕਦਾ ਕੋਈ ਸਰੀਰ ਤਲ। ਸੰਸਾਰ ਦਾ ਨਹੀਂ ਜਾਣਿਆ ਜਾ ਸਕਦਾ, ਤੇ ਪਰਮਾਤਮਾ ਕਿਵੇਂ ਜਾਣਿਆ ਜਾਊਗਾ? ਤਾਂ ਉਹ ਅਗਾਧ ਬੋਧ ਹੈ, ਅਗਮ ਅਗੋਚਰ ਹੈ। ਉਹ ਇੰਦਰੀਆਂ ਦੀ ਪਹੁੰਚ ਤੋਂ, ਬੁੱਧੀ ਦੀ ਪਹੁੰਚ ਤੋਂ ਪਰੇ। ਇਸ ਕਰਕੇ ਨਾ ਉਹਨੂੰ ਸੋਚਿਆ ਜਾ ਸਕਦਾ, ਨਾ ਸਮਝਿਆ ਜਾ ਸਕਦਾ, ਨਾ ਦੱਸਿਆ ਜਾ ਸਕਦਾ, ਕਿਉਂਕਿ ਉਹ ਪਿੱਛੇ ਹੈ। ਪਰ ਉਹਦੇ ਵੱਲ ਨੂੰ ਜਾਣਾ ਕਿਵੇਂ ਹੈ ਇਹ ਦੱਸਿਆ ਜਾ ਸਕਦਾ ਹੈ। ਤੇ ਤੁਸੀਂ ਜਾ ਸਕਦੇ ਹੋ ਉਹਦੇ ਵੱਲ ਨੂੰ, ਕਰਤਾ ਭਾਵ ਛੱਡ ਕੇ, ਵੀ ਕਰਨ ਵਾਲਾ ਪਰਮਾਤਮਾ ਹੈ ਸਭ ਕੁਛ, ਉਹ ਕਰ ਰਿਹਾ, ਉਹਨੂੰ ਕਰਨ ਦਿਓ। ਆਪ ਹਟ ਜਾਓ, ਬੈਠੋ ਸ਼ਾਂਤ। ਤੂੰ ਕਰਤਾ ਕਰਣਾ ਮੈਂ ਨਾਹੀਂ, ਜਾਂ ਹਉ ਕਰੀ ਨਾ ਹੋਈ। ਬਸ ਕਹਿ ਦਿਓ ਕਿ ਮੈਂ ਕੁਛ ਨਹੀਂ ਕਰਨ ਜੋਗਾ, ਮੈਂ ਤਾਂ ਹੈ ਹੀ। ਜਦੋਂ ਹੈ ਹੀ ਕੁਝ ਨਹੀਂ, ਜਿਵੇਂ ਛੋਟਾ ਬੱਚਾ ਕੁਛ ਵੀ ਕਰਨ ਜੋਗਾ, ਤੇ ਫਿਰ ਉਹ ਸਭ ਕੁਛ ਕਰਦਾ ਹੈ।